आज मैं ਤੁਹਾਨੂੰ ਗ੍ਰਾਮਰ ਦਾ ਇੱਕ ਟੌਪਿਕ ਸਮਝਾਉਣ ਜਾ ਰਹੀ ਹਾਂ ਜਿਸ ਦਾ ਨਾਮ ਹੈ ਨੌਨ ਫਾਈਨਾਈਟਸ। ਟੌਪਿਕ ਨੂੰ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਕਹਿਣਾ ਚਾਹਾਂਗੀ ਕਿ ਜੇ ਤੁਸੀਂ ਡਾਇਰੈਕਟਲੀ ਨੌਨ ਫਾਈਨਾਈਟਸ ਦੀ ਟਾਈਪਸ ਦੇ ਬਾਰੇ ਗੱਲ ਕਰਨਾ ਚਾਹੁੰਦੇ ਹੋ, ਉਸ ਦੇ ਬਾਰੇ ਸਮਝਣਾ ਚਾਹੁੰਦੇ ਹੋ, ਤਾਂ ਤੁਸੀਂ ਇਸ ਵੀਡੀਓ ਨੂੰ ਅਗਲੇ 3.5 ਮਿੰਟ ਦੇ ਲਈ ਸਕਿਪ ਕਰ ਸਕਦੇ ਹੋ, ਕਿਉਂਕਿ ਮੈਂ ਪਹਿਲਾਂ ਨੌਨ ਫਾਈਨਾਈਟਸ ਕੀ ਹੁੰਦਾ ਹੈ ਇਹੀ ਸਮਝਾਇਆ ਹੈ 3.5 ਮਿੰਟਸ ਦੇ ਅੰਦਰ, ਕਿਉਂਕਿ ਉਹ ਸਮਝਣਾ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦਾ ਹੈ। ਪਰ ਜੇਕਰ ਤੁਹਾਡੇ ਕੋਲ ਟਾਈਮ ਨਹੀਂ ਹੈ ਤੇ ਤੁਸੀਂ ਨਹੀਂ ਸਮਝਣਾ ਚਾਹੁੰਦੇ ਹੋ ਤਾਂ ਤੁਸੀਂ ਨੈਕਸਟ 3.5 ਮਿੰਟ ਨੂੰ ਸਕਿਪ ਕਰ ਸਕਦੇ ਹੋ। ਵਰਬਸ ਨੂੰ ਕਈ ਤਰੀਕੇ ਨਾਲ ਕਲਾਸੀਫਾਈ ਕੀਤਾ ਜਾਂਦਾ ਹੈ, ਉਹਨਾਂ ਨੂੰ ਡਿਫਰੈਂਟ ਟਾਈਪਸ ਦੇ ਵਿੱਚ ਵੰਡਿਆ ਜਾਂਦਾ ਹੈ। ਉਹਨਾਂ ਵਿੱਚੋਂ ਇੱਕ ਤਰੀਕਾ ਹੁੰਦਾ ਹੈ ਵਰਬ ਨੂੰ ਫਾਈਨਾਈਟਸ ਤੇ ਨੌਨ ਫਾਈਨਾਈਟਸ ਵਰਬ ਵਿੱਚ ਵੰਡਣਾ। ਜਨਰਲੀ ਇੱਕ ਸੈਂਟੈਂਸ ਵਿੱਚ ਜੇਕਰ 2 ਵਾਰੀ ਮੇਨ ਵਰਬ ਆਈ ਹੈ ਤਾਂ ਉਹਨਾਂ ਵਿੱਚੋਂ ਇੱਕ ਫਾਈਨਾਈਟ ਹੁੰਦੀ ਹੈ ਤੇ ਦੂਜੀ ਨੌਨ ਫਾਈਨਾਈਟ ਹੁੰਦੀ ਹੈ। ਫॉर ਐਗਜ਼ਾਮਪਲ, ਮਾਈ ਟੀਚਰ ਆਸਕਡ ਮੀ ਟੂ ਕੰਪਲੀਟ ਦਾ ਪ੍ਰੋਜੈਕਟ। ਨੈਕਸਟ ਸੈਂਟੈਂਸ ਹੈ ਆਈ ਲਾਈਕ ਰੀਡਿੰਗ ਬੁੱਕਸ। ਹੁਣ ਪਹਿਲੇ ਸੈਂਟੈਂਸ ਦੇ ਵਿੱਚ ਆਸਕ ਤੇ ਕੰਪਲੀਟ 2 ਵਰਬਸ ਯੂਜ਼ ਹੋਈਆਂ ਨੇ, ਦੂਜੇ ਦੇ ਵਿੱਚ ਲਾਈਕ ਤੇ ਰੀਡ, ਇੱਥੇ ਵੀ 2 ਵਰਬਸ ਹੀ ਯੂਜ਼ ਹੋਈਆਂ ਨੇ। ਇਹਨਾਂ ਵਿੱਚੋਂ ਇੱਕ ਫਾਈਨਾਈਟ ਹੈ ਤੇ ਦੂਜੀ ਨੌਨ ਫਾਈਨਾਈਟ ਹੈ। ਹੁਣ ਨੌਨ ਫਾਈਨਾਈਟ ਵਰਬਸ ਕੀ ਹੁੰਦੀਆਂ ਨੇ, ਉਹਨਾਂ ਦੀ ਕੀ ਖਾਸੀਅਤ ਹੁੰਦੀ ਹੈ? ਨੌਨ ਫਾਈਨਾਈਟ ਵਰਬਸ ਉਹ ਵਰਬਸ ਨੇ ਜੋ ਟੈਂਸ ਬਦਲਣ ਦੇ ਨਾਲ ਚੇਂਜ ਨਹੀਂ ਹੁੰਦੀਆਂ ਫਾਈਨਾਈਟਸ ਵਰਬਸ ਵਾਂਗੂ। ਫॉर ਐਗਜ਼ਾਮਪਲ, ਆਈ ਵਾਂਟ ਟੂ ਈਟ ਮੈਂਗੋਜ਼। ਨੈਕਸਟ ਸੈਂਟੈਂਸ ਹੈ ਆਈ ਵਾਂਟਡ ਟੂ ਈਟ ਮੈਂਗੋਜ਼। ਹੁਣ ਦੇਖੋ, ਇੱਕ ਸੈਂਟੈਂਸ ਪ੍ਰੈਜ਼ੈਂਟ ਦੇ ਵਿੱਚ ਦਿੱਤਾ ਗਿਆ ਹੈ ਕਿ ਮੈਂਗੋ ਖਾਣਾ ਚਾਹੁੰਦੀ ਹਾਂ, ਤੇ ਦੂਜਾ ਦਿੱਤਾ ਹੈ ਕਿ ਮੈਂਗੋ ਖਾਣਾ ਚਾਹੁੰਦੀ ਸੀ। ਹੁਣ ਤੁਸੀਂ ਦੇਖੋ, ਵਾਂਟ ਤੋਂ ਵਾਂਟਡ ਹੋ ਗਿਆ ਸੈਕਿੰਡ ਸੈਂਟੈਂਸ ਦੇ ਵਿੱਚ, ਠੀਕ ਹੈ। ਤਾਂ ਇੱਥੇ ਵਾਂਟ ਜਿਹੜੀ ਹੈ ਫਾਈਨਾਈਟ ਵਰਬ ਹੈ ਕਿਉਂਕਿ ਇਹ ਚੇਂਜ ਹੋ ਗਈ। ਤੇ ਨੌਨ ਫਾਈਨਾਈਟ ਕਿਹੜੀ ਹੈ? ਈਟ। ਟੂ ਦੇ ਬਾਅਦ ਜਿਹੜੀ ਈਟ ਯੂਜ਼ ਹੋਈ ਹੈ ਉਹ ਕਿਉਂ? ਕਿਉਂਕਿ ਇਹ ਚੇਂਜ ਨਹੀਂ ਹੋਈ। ਪ੍ਰੈਜ਼ੈਂਟ ਤੋਂ ਪਾਸਟ ਹੋ ਗਿਆ, ਟੈਂਸ ਚੇਂਜ ਹੋ ਗਿਆ, ਪਰ ਈਟ ਵਰਬ ਚੇਂਜ ਨਹੀਂ ਹੋਈ ਕਿਉਂਕਿ ਈਟ ਜਿਹੜੀ ਹੈ ਉਹ ਨੌਨ ਫਾਈਨਾਈਟ ਵਰਬ ਹੈ। ਦੂਜੀ ਖਾਸੀਅਤ ਕੀ ਹੈ ਨੌਨ ਫਾਈਨਾਈਟ ਵਰਬ ਦੀ? ਕਿ ਉਹ ਸਬਜੈਕਟ ਦੇ ਚੇਂਜ ਹੋਣ ਦੇ ਨਾਲ ਉਹਦੇ 'ਤੇ ਕੋਈ ਫਰਕ ਨਹੀਂ ਪੈਂਦਾ, ਅਸਰ ਨਹੀਂ ਹੁੰਦਾ। ਫॉर ਐਗਜ਼ਾਮਪਲ, ਦੇ ਵਾਂਟ ਟੂ ਡਾਂਸ, ਹੀ ਵਾਂਟਸ ਟੂ ਡਾਂਸ। ਹੁਣ ਇੱਥੇ ਹੈ ਕਿ ਉਹ ਨੱਚਣਾ ਚਾਹੁੰਦੇ ਹਨ, ਫਿਰ ਅਗਲਾ ਸੈਂਟੈਂਸ ਹੈ ਉਹ ਨੱਚਣਾ ਚਾਹੁੰਦਾ ਹੈ। ਇੱਥੇ ਸਬਜੈਕਟ ਕਿਵੇਂ ਚੇਂਜ ਹੋਇਆ? ਦੇ ਲੱਗਿਆ ਸੀ ਪਹਿਲਾਂ, ਠੀਕ ਹੈ, ਦੇ ਤੋਂ ਹੀ ਹੋ ਗਿਆ। ਸਬਜੈਕਟ ਕੀ ਹੁੰਦਾ ਹੈ? ਜਿਸ ਦੀ ਗੱਲ ਕੀਤੀ ਜਾ ਰਹੀ ਹੋਵੇ ਸੈਂਟੈਂਸ ਦੇ ਵਿੱਚ। ਤਾਂ ਪਹਿਲੇ ਸੈਂਟੈਂਸ ਵਿੱਚ ਦੇ ਦੀ ਗੱਲ ਕੀਤੀ ਜਾ ਰਹੀ ਸੀ ਤੇ ਦੂਜੇ ਸੈਂਟੈਂਸ 'ਚ ਹੀ ਦੀ ਗੱਲ ਕੀਤੀ ਜਾ ਰਹੀ ਹੈ। ਸਬਜੈਕਟ ਚੇਂਜ ਹੋਇਆ ਤਾਂ ਦੇਖੋ ਉਹਦੇ ਪਿੱਛੇ ਵਾਲੀ ਵਰਬ ਵੀ ਚੇਂਜ ਹੋਈ ਹੈ। ਦੇ ਨਾਲ ਵਾਂਟ ਲੱਗਿਆ, ਹੀ ਦੇ ਨਾਲ ਵਾਂਟਸ ਲੱਗਿਆ ਹੈ, ਠੀਕ ਹੈ, ਕਿਉਂਕਿ ਤੁਸੀਂ ਪੜ੍ਹਿਆ ਹੋਣਾ ਨਾ ਹੀ, ਸ਼ੀ, ਇਟ ਜਾਂ ਸਿੰਗੂਲਰ ਵਰਡ ਯੂਜ਼ ਹੋਇਆ ਹੋਵੇ ਤਾਂ ਫਿਰ ਵਰਬ ਦੇ ਪਿੱਛੇ ਐਸ ਜਾਂ ਈਐਸ ਪੈਂਦੀ ਹੈ, ਠੀਕ ਹੈ, ਇਸ ਕਰਕੇ। ਪਰ ਇੱਕ ਹੋਰ ਵਰਬ ਹੈ ਇੱਥੇ ਜਿਹੜੀ ਚੇਂਜ ਨਹੀਂ ਹੋਈ, ਉਹ ਹੈ ਡਾਂਸ। ਟੂ ਡਾਂਸ ਹੈ ਨਾ, ਦੋਨਾਂ ਦੇ ਵਿੱਚ ਡਾਂਸ 'ਚ ਕੋਈ ਚੇਂਜ ਨਹੀਂ ਹੋਇਆ। ਇਸ ਕਰਕੇ ਜਿਹੜੀ ਡਾਂਸ ਹੈ ਇੱਥੇ ਉਹ ਇੱਕ ਨੌਨ ਫਾਈਨਾਈਟ ਵਰਬ ਹੈ। ਵਾਂਟ ਜਿਹੜੀ ਸੀ ਉਹ ਤਾਂ ਫਾਈਨਾਈਟ ਸੀ, ਤਾਂ ਹੀ ਉਹ ਤਾਂ ਚੇਂਜ ਹੋ ਗਈ, ਵਾਂਟ ਦੇ ਨਾਲ ਐਸ ਲੱਗ ਗਿਆ। ਪਰ ਡਾਂਸ ਹੈ ਉਹ ਨੌਨ ਫਾਈਨਾਈਟ ਵਰਬ ਹੈ ਕਿ ਸਬਜੈਕਟ ਚੇਂਜ ਹੋਣ ਦੇ ਨਾਲ, ਠੀਕ ਹੈ, ਸਬਜੈਕਟ ਦੇ ਘਟਣ ਵਧਣ ਦੇ ਨਾਲ, ਜਿਵੇਂ ਹੀ ਤੋਂ ਦੇ ਸੀ, ਦੇ ਜ਼ਿਆਦਾ ਹੁੰਦੇ ਨੇ, ਹੀ ਘੱਟ ਹੁੰਦਾ ਹੈ, ਜਾਂ ਸਬਜੈਕਟ 'ਚ ਕਿਸੇ ਵੀ ਤਰੀਕੇ ਦੇ ਨਾਲ ਹੋਰ ਚੇਂਜ ਆਉਂਦਾ ਹੈ, ਉਹਦੇ ਨਾਲ ਨੌਨ ਫਾਈਨਾਈਟ ਵਰਬ 'ਤੇ ਕੋਈ ਚੇਂਜ ਨਹੀਂ ਪੈਂਦਾ ਹੈ। ਇਹ ਸੀ ਨੌਨ ਫਾਈਨਾਈਟਸ ਵਰਬਸ ਦੀ ਐਕਸਪਲੇਨੇਸ਼ਨ। ਅਜਿਹੀ ਵਰਬਸ ਜੋ ਟੈਂਸ ਤੇ ਸਬਜੈਕਟ ਚੇਂਜ ਹੋਣ ਦੇ ਨਾਲ ਖੁਦ ਚੇਂਜ ਨਹੀਂ ਹੁੰਦੀਆਂ ਹਨ, ਉਹ ਨੌਨ ਫਾਈਨਾਈਟਸ ਵਰਬਸ ਕਹਿਲਾਉਂਦੀਆਂ ਹਨ। ਨੌਨ ਫਾਈਨਾਈਟ ਵਰਬਸ 3 ਤਰ੍ਹਾਂ ਦੀਆਂ ਹੁੰਦੀਆਂ ਨੇ, ਇਨਫਿਨਿਟਿਵ, ਜੈਰੰਡ ਤੇ ਪਾਰਟੀਸਿਪਲ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਇਨਫਿਨਿਟਿਵ ਦੀ। ਇਨਫਿਨਿਟਿਵ ਵਰਬਸ 2 ਤਰ੍ਹਾਂ ਦੀਆਂ ਹੁੰਦੀਆਂ ਨੇ, ਟੂ ਇਨਫਿਨਿਟਿਵ ਤੇ ਬੇਅਰ ਇਨਫਿਨਿਟਿਵ। ਟੂ ਇਨਫਿਨਿਟਿਵ, ਜਿਵੇਂ ਕਿ ਨਾਮ ਦੇ ਵਿੱਚ ਹੀ ਤੁਹਾਨੂੰ ਇਸ਼ਾਰਾ ਦੇ ਦਿੱਤਾ ਗਿਆ ਹੈ ਕਿ ਇੱਥੇ ਟੂ ਦਾ ਯੂਜ਼ ਕੀਤਾ ਜਾਂਦਾ ਹੈ, ਟੂ ਪਲੱਸ ਵਰਬ ਦੀ ਫਸਟ ਫਾਰਮ ਦਾ। ਫॉर ਐਗਜ਼ਾਮਪਲ, ਆਈ ਵਾਂਟ ਟੂ ਗੋ। ਹੁਣ ਇੱਥੇ ਗੋ ਤੋਂ ਪਹਿਲਾਂ ਕੀ ਲੱਗਿਆ ਹੈ? ਟੂ। ਇਸ ਕਰਕੇ ਸੈਂਟੈਂਸ ਦੇ ਵਿੱਚ ਟੂ ਇਨਫਿਨਿਟਿਵ ਕੀ ਹੈ? ਟੂ ਗੋ। ਦੂਜੇ ਤਰੀਕੇ ਦੀ ਇਨਫਿਨਿਟਿਵ ਹੁੰਦੀ ਹੈ ਬੇਅਰ ਇਨਫਿਨਿਟਿਵ। ਬੇਅਰ ਇਨਫਿਨਿਟਿਵ ਮੀਨਸ ਵਿਦਆਊਟ ਟੂ ਜਿਹੜੀ ਇਨਫਿਨਿਟਿਵ ਹੁੰਦੀ ਹੈ, ਮਤਲਬ ਇੱਥੇ ਸਿਰਫ ਔਰ ਸਿਰਫ ਵਰਬ ਦੀ ਫਸਟ ਫਾਰਮ ਲੱਗਦੀ ਹੈ। ਫॉर ਐਗਜ਼ਾਮਪਲ, ਲੈਟ ਮੀ ਥਿੰਕ। ਲੈਟ ਇੱਥੇ ਮੇਨ ਵਰਬ ਦੇ ਤੌਰ 'ਤੇ ਆਈ ਹੈ ਤੇ ਜਿਹੜੀ ਥਿੰਕ ਹੈ ਉਸਨੇ ਲੈਟ ਨੂੰ ਫੋਲੋ ਕੀਤਾ ਹੈ, ਤੇ ਥਿੰਕ ਇੱਥੇ ਬੇਅਰ ਇਨਫਿਨਿਟਿਵ ਹੈ। ਇਨਫਿਨਿਟਿਵ ਦਾ ਇੱਕ ਯੂਜ਼ ਹੁੰਦਾ ਹੈ ਐਜ਼ ਅ ਸਬਜੈਕਟ ਜਾਂ ਫਿਰ ਐਜ਼ ਐਨ ਆਬਜੈਕਟ। ਸਬਜੈਕਟ ਆਬਜੈਕਟ ਕੀ ਹੁੰਦੇ ਨੇ? ਸਬਜੈਕਟ ਜਿਸ ਬਾਰੇ ਗੱਲ ਕੀਤੀ ਜਾ ਰਹੀ ਹੁੰਦੀ ਹੈ ਤੇ ਆਬਜੈਕਟ ਵਰਬ ਦਾ ਜਿਹਦੇ ਉੱਤੇ ਅਸਰ ਪੈਂਦਾ ਹੈ, ਠੀਕ ਹੈ, ਜਾਂ ਵਰਬ ਤੋਂ ਬਾਅਦ ਜੋ ਦਿੱਤਾ ਹੁੰਦਾ ਹੈ ਉਹ ਆਬਜੈਕਟ ਹੁੰਦਾ ਹੈ। ਆਈ ਵਾਂਟ ਟੂ ਗੋ ਦੇਅਰ, ਇੱਥੇ ਹੁਣ ਜਿਹੜੀ ਮੇਨ ਵਰਬ ਹੈ ਵਾਂਟ, ਉਸ ਤੋਂ ਬਾਅਦ ਕੀ ਦਿੱਤਾ ਹੋਇਆ ਹੈ? ਟੂ ਗੋ। ਇਹ ਆਬਜੈਕਟ ਦਾ ਕੰਮ ਕਰ ਰਿਹਾ ਹੈ
ਟੂ ਗੋ। ਇਨਫਿਨਿਟਿਵ ਹੈ ਜਿਹੜਾ, ਟੂ ਇਨਫਿਨਿਟਿਵ ਹੈ। ਆਬਜੈਕਟ ਨੂੰ ਜੇ ਤੁਸੀਂ ਪਛਾਣਨਾ ਹੈ ਤਾਂ ਤੁਸੀਂ ਵਟ ਤੇ ਹੁਮ ਕੁਐਸਚਨ ਪੁੱਛ ਸਕਦੇ ਹੋ ਵਰਬ ਤੋਂ। ਆਈ ਵਾਂਟ, ਮੈਂ ਚਾਹੁੰਦੀ ਹਾਂ, ਕੀ ਚਾਹੁੰਦੀ ਹਾਂ, ਟੂ ਗੋ, ਤਾਂ ਤੁਹਾਨੂੰ ਆਬਜੈਕਟ ਮਿਲ ਗਿਆ ਹੈ। ਸ਼ੀ ਡਿਸਾਈਡਡ ਟੂ ਲੀਵ, ਉਸਨੇ ਡਿਸਾਈਡ ਕੀਤਾ ਕਿ ਉਹ ਚਲੀ ਜਾਏਗੀ। ਡਿਸਾਈਡਡ, ਕੀ ਡਿਸਾਈਡ ਕੀਤਾ, ਕੁਐਸਚਨ ਪੁੱਛੋ ਤੁਸੀਂ ਕੀ ਡਿਸਾਈਡ ਕੀਤਾ, ਲੀਵ ਕਰ ਜਾਏਗੀ, ਤਾਂ ਟੂ ਲੀਵ ਇੱਥੇ ਆਬਜੈਕਟ ਦੇ ਤੌਰ 'ਤੇ ਕੰਮ ਕਰ ਰਿਹਾ ਹੈ। ਕਈ ਵਾਰੀ ਇਹੀ ਸਬਜੈਕਟ ਦੇ ਤੌਰ 'ਤੇ ਕੰਮ ਕਰਦਾ ਹੈ। ਸਬਜੈਕਟ ਉਹ ਹੁੰਦਾ ਹੈ ਜਿਹਦੇ ਬਾਰੇ ਗੱਲ ਕੀਤੀ ਜਾ ਰਹੀ ਹੁੰਦੀ ਹੈ ਸੈਂਟੈਂਸ ਦੇ ਵਿੱਚ। ਤੁਸੀਂ ਵਟ ਕੁਐਸਚਨ ਇੱਥੇ ਵੀ ਪੁੱਛ ਸਕਦੇ ਹੋ। ਟੂ ਲਰਨ ਸਮਥਿੰਗ ਨਿਊ ਇਜ਼ ਫਨ, ਵਟ ਇਜ਼ ਫਨ, ਕੀ ਫਨ ਹੈ, ਕੁਛ ਨਵਾਂ ਸਿੱਖਣਾ, ਠੀਕ ਹੈ। ਟੂ ਫੋਰਗਿਵ ਇਜ਼ ਡਿਵਾਈਨ, ਵਟ ਇਜ਼ ਡਿਵਾਈਨ, ਟੂ ਫੋਰਗਿਵ, ਮਾਫ ਕਰ ਦੇਣਾ, ਠੀਕ ਹੈ। ਤਾਂ ਇੱਥੇ ਟੂ ਲਰਨ ਤੇ ਟੂ ਫੋਰਗਿਵ ਜਿਹੜੇ ਨੇ ਸਬਜੈਕਟ ਦੇ ਤੌਰ 'ਤੇ ਕੰਮ ਕਰ ਰਹੇ ਨੇ। ਟੂ ਇਨਫਿਨਿਟਿਵ ਸਬਜੈਕਟ ਦੇ ਤੌਰ 'ਤੇ ਆਇਆ ਹੋਇਆ ਹੈ। ਇਹ ਸੀ ਬੇਅਰ ਇਨਫਿਨਿਟਿਵ ਦਾ ਪਹਿਲਾ ਯੂਜ਼। ਅਗਲਾ ਜੋ ਯੂਜ਼ ਹੈ ਟੂ ਇਨਫਿਨਿਟਿਵ ਦਾ ਉਹ ਹੁੰਦਾ ਹੈ ਕੁਐਸਚਨ ਵਰਡਸ ਤੋਂ ਬਾਅਦ, ਜਿਵੇਂ ਕਿ ਵਟ, ਹੂਮ, ਵੈਨ, ਹਾਊ, ਵਾਈ, ਠੀਕ ਹੈ। ਆਈ ਡੋਂਟ ਨੋ ਵਟ ਟੂ ਡੂ ਨਾਓ, ਠੀਕ ਹੈ। ਹੁਣ ਇੱਥੇ ਵਟ ਡੂ ਜਾਂ ਵਟ ਡੂਇੰਗ ਜਾਂ ਵਟ ਡਿਡ ਨਹੀਂ ਲੱਗਿਆ, ਵਟ ਕੁਐਸਚਨ ਵਰਡ ਹੈ, ਉਸ ਤੋਂ ਬਾਅਦ ਟੂ ਡੂ ਲੱਗਿਆ ਹੈ। ਸ਼ੀ ਕੁਡਨਟ ਡਿਸਾਈਡ ਵੈਨ ਟੂ ਸਟਾਰਟ ਦ ਵਰਕ, ਵੈਨ ਤੋਂ ਬਾਅਦ ਟੂ ਸਟਾਰਟ। ਸ਼ੀ ਟੋਲਡ ਮੀ ਹਾਊ ਟੂ ਲਰਨ ਦ ਲੈਸਨ, ਠੀਕ ਹੈ। ਹਾਊ ਕੁਐਸਚਨ ਵਰਡ ਸੀ ਤੇ ਉਸ ਤੋਂ ਬਾਅਦ ਲੱਗਿਆ ਹੈ ਟੂ ਲਰਨ। ਹੁਣ ਫਿਰ ਹੋਰ ਕਿੱਥੇ ਲੱਗਦਾ ਹੈ ਟੂ ਇਨਫਿਨਿਟਿਵ? ਐਡਜੈਕਟਿਵ ਦੇ ਬਾਅਦ ਅਕਸਰ ਟੂ ਇਨਫਿਨਿਟਿਵ ਦੇਖਿਆ ਜਾ ਸਕਦਾ ਹੈ, ਜਿਵੇਂ ਕਿ ਇਟਸ ਈਜ਼ੀ ਟੂ ਲਰਨ। ਹੁਣ ਈਜ਼ੀ ਐਡਜੈਕਟਿਵ ਹੈ, ਠੀਕ ਹੈ। ਇਟਸ ਵੈਰੀ ਡਿਫਿਕਲਟ ਟੂ ਪਰਸੂਏਡ ਹਿਮ, ਉਸ ਨੂੰ ਮਨਾਉਣਾ ਬੜਾ ਮੁਸ਼ਕਿਲ ਹੈ। ਹੁਣ ਇੱਥੇ ਡਿਫਿਕਲਟ ਵੀ ਐਡਜੈਕਟਿਵ ਹੈ, ਤਾਂ ਉਸ ਤੋਂ ਬਾਅਦ ਆਪਾਂ ਕੀ ਲਗਾਇਆ ਹੈ? ਟੂ ਇਨਫਿਨਿਟਿਵ ਲਗਾਇਆ ਹੈ, ਟੂ ਪਰਸੂਏਡ। ਜਾਂ ਫਿਰ ਆਈ ਐਮ ਹੈਪੀ ਟੂ ਹੈਲਪ ਯੂ, ਹੁਣ ਇੱਥੇ ਹੈਪੀ ਐਡਜੈਕਟਿਵ ਹੈ ਤੇ ਹੈਲਪ ਜਿਹੜੀ ਹੈ ਵਰਬ ਹੈ, ਤਾਂ ਉਸ ਤੋਂ ਪਹਿਲਾਂ ਆਪਾਂ ਟੂ ਲਗਾਇਆ ਹੈ। ਹੋਰ ਕਿੱਥੇ ਯੂਜ਼ ਹੁੰਦਾ ਹੈ ਟੂ ਇਨਫਿਨਿਟਿਵ? ਜਿਵੇਂ ਕਿ ਕੁਝ ਨਾਊਨਸ ਹੁੰਦੇ ਨੇ ਜਿਨ੍ਹਾਂ ਤੋਂ ਬਾਅਦ ਟੂ ਇਨਫਿਨਿਟਿਵ ਆਉਂਦਾ ਹੈ। ਫॉर एग्जांपल आई हैव ए प्लान टू स्टार्ट अ बिजनेस, ठीक है। प्लान इत्थे नाउन सी ते की प्लान है बई? टू स्टार्ट अ बिजनेस, तो इत्थे टू लग गया। देयर इज नीड टू इंप्रूव, नीड की सी? नाउन सी ते अगे की लग गया? टू इनफिनिटिव लग गया, टू इंप्रूव। होर कित्थे लगदा है टू इनफिनिटिव? पर्पस दिखाने ਲਈ, कोई उद्देश्य बताना होवे तां भी टू इनफिनिटिव लगदा है। फॉर एग्जांपल आई वेंट टू द स्टोर, मैं स्टोर च गई, क्यों गई? टू बाय मिल्क, पर्पस की सी? मिल्क बाय करना, तां बाय तो अगे की लग गया? टू लग गया। फॉर एग्जांपल वी शुड वर्क हार्ड, क्यों? टू विन दिस कॉम्पटिशन, ठीक है। उद्देश्य दसिया कि सानू हार्ड वर्क करना चाहिए, क्यों करना चाहिए? ताकि असीं कॉम्पटिशन जीत सकीए, टू विन दिस कॉम्पटिशन। तो देखो उद्देश्य दसिया सी, इस करके विन तो मुरे की लग्या होया? टू लग्या होया, मतलब कि टू इनफिनिटिव दा यूज होया है। बहुत सारी ਇਹੋ ਜਿਹੀਆਂ ਵਰਬਸ ਹੁੰਦੀਆਂ ਨੇ ਜਿਸ ਦੇ ਪਿੱਛੇ ਜਿਹੜਾ ਇਨਫਿਨਿਟਿਵ ਲੱਗਦਾ ਹੈ ਉੱਥੇ ਟੂ ਲਗਾਉਣ ਦੀ ਲੋੜ ਨਹੀਂ ਪੈਂਦੀ ਹੈ, ਮਤਲਬ ਬੇਅਰ ਇਨਫਿਨਿਟਿਵ ਹੀ ਲੱਗਦਾ ਹੈ। ਕੁਝ ਵਰਬਸ ਨੇ ਉਹ ਨੋਟ ਡਾਊਨ ਕਰ ਲਓ, ਜਿਵੇਂ ਕਿ ਬਿਡ, ਲੈਟ, ਮੇਕ, ਨੀਡ, ਡੇਅਰ, ਸੀ, ਹੇਅਰ, ਵਾਚ। ਇਹਨਾਂ ਦੇ ਪਿੱਛੇ ਜਦੋਂ ਵੀ ਇਨਫਿਨਿਟਿਵ ਲੱਗੇਗਾ ਉੱਥੇ ਟੂ ਨਹੀਂ ਆਣਾ ਹੈ। फॉर एग्जाम्पल आई बेड हिम गो, ਇੱਥੇ टू गो नहीं आया क्योंकि सामने बेड लग्या है। जे बेड भी ਹੁੰਦਾ ਤਾਂ ਵੀ गो ही आना सी, बेड सैकेंड फॉर्म है बेड ਦੀ। let him sit there, ਹੁਣ ਇੱਥੇ let है इस करके ਇੱਥੇ sit आया, टू sit नहीं आया। ਨੈਕਸਟ ਐਗਜ਼ਾਮਪਲ ਹੈ make him stand, ਉਸਨੂੰ ਖੜਾ ਰੱਖੋ, ਖੜਾ ਕਰੀ ਰੱਖੋ। ਹੁਣ ਇੱਥੇ ਮੇਕ ਸੀ ਇਸ ਕਰਕੇ ਟੂ ਸਟੈਂਡ ਨਹੀਂ ਆਇਆ। ਮੇਕ ਦੀ ਥਾਂ ਤੇ ਜੇ ਮੇਡ ਵੀ ਹੋ ਜਾਏਗਾ ਤਾਂ ਵੀ ਸੇਮ ਹੀ ਰਹੇਗਾ। ਫॉर एग्जाम्पल आई मेड हिम कुक, तो आई मेड हिम टू कुक नहीं आया क्योंकि मेड लग गया है। यू नीड नॉट डू इट, यू डेयर नॉट स्पीक दैट, तो डेयर दे पीछे स्पीक आया है, टू नहीं आया। आई सॉ हिम विन द गेम, इत्थे टू विन नहीं आया क्योंकि सॉ लग्या होया है। आई हर्ड हिम क्राई, मैं उसनू रोंदे हुए सुनिया, इत्थे हर्ड लग्या होया सी इस करके देखो पीछे टू क्राई नहीं आया है, ठीक है। बेयर इनफिनिटिव दी ਹੋਰ ਕਿੱਥੇ ਵਰਤੋਂ ਹੁੰਦੀ ਹੈ ਉਹ ਵੀ ਤੁਸੀਂ ਨੋਟ ਡਾਊਨ ਕਰ ਸਕਦੇ ਹੋ, ਜਿਵੇਂ ਕਿ ਕਈ ਮਾਡਲ ਵਰਬਸ ਦੇ ਪਿੱਛੇ ਇਹਨਾਂ ਦੀ ਵਰਤੋਂ ਹੁੰਦੀ ਹੈ, ਜਿਵੇਂ ਕਿ ਵਿਲ, ਵੁੱਡ, ਸ਼ੈਲ, ਸ਼ੁੱਡ, ਮੇ, ਮਾਈਟ, ਕੈਨ, ਕੁਡ, ਮਸਟ, ਠੀਕ ਹੈ। ਫॉर एग्जाम्पल आई विल पे माई बिल, ਇਹ ਨਹੀਂ ਆਇਆ ਕਿ आई विल टू पे माई बिल। फॉर एग्जाम्पल आई वुड ऑलवेज रिस्पेक्ट यू, आई शैल गो टू द मार्केट, गो ਦੇ ਸਾਹਮਣੇ टू नहीं आया है। टू द मार्केट ਜਿਹੜਾ ਆਇਆ ਹੈ ਉਹ टू मार्केट ਦੇ ਅੱਗੇ ਲੱਗਿਆ ਹੋਇਆ ਹੈ, ਉਹ ਐਜ਼ ए ਪ੍ਰੈਪੋਜੀਸ਼ਨ ਹੈ, ਨਾ ਕਿ
टू वर्ब ਦੇ ਸਾਹਮਣੇ ਆਇਆ ਹੋਇਆ ਹੈ, ਧਿਆਨ ਰੱਖਿਓ ਇਸ ਗੱਲ ਦਾ। ਨੈਕਸਟ ਹੈ we should respect our elders, it may rain today। नेक्स्ट एग्जाम्पल है she might go there, थे टू गो नहीं आया है। कैन, I can help you। could, I could run a race when I was a child। ਹੁਣ ਇੱਥੇ could ਤੋਂ ਬਾਅਦ ਜਿਹੜਾ ਹੈ ਉਹ ਰਨ ਆਇਆ ਹੈ, ਟੂ ਰਨ ਨਹੀਂ ਆਇਆ ਹੈ, ਠੀਕ ਹੈ। ਤਾਂ ਤੁਸੀਂ ਇਹਨਾਂ ਨੂੰ ਵੀ ਨੋਟ ਡਾਊਨ ਕਰ ਸਕਦੇ ਹੋ। ਜੇ ਮੈਂ ਸ਼ਾਰਟ ਦੇ ਵਿੱਚ ਤੁਹਾਨੂੰ ਦੱਸਾਂ ਤਾਂ ਬੇਅਰ ਇਨਫਿਨਿਟਿਵ ਬਹੁਤ ਈਜ਼ੀ ਹੈ। ਜੇ ਤੁਸੀਂ ਜਿਹੜੀ ਪਿੱਛੇ ਵਰਬਸ ਦੱਸੀਆਂ ਸੀ ਉਹ ਯਾਦ ਰੱਖ ਲਓ ਕਿ ਇਹਨਾਂ ਤੋਂ ਪਿੱਛੇ ਨਹੀਂ ਆਣਾ ਹੈ ਟੂ, ਸਿਰਫ ਇਨਫਿਨਿਟਿਵ ਆਣਾ ਹੈ, ਸਿਰਫ ਵਰਬ ਦੀ ਫਰਸਟ ਫਾਰਮ ਆਣੀ ਹੈ। ਤੇ ਜੇ ਤੁਸੀਂ ਇਹਨੂੰ ਯਾਦ ਰੱਖ ਲਓ ਕਿ ਆ ਜਿਹੜੀ ਮਾਡਲ ਵਰਬਸ ਦੱਸੀਆਂ ਨੇ ਵਿਲ, ਵੁੱਡ, ਸ਼ੈਲ, ਸ਼ੁੱਡ, ਮੇ, ਮਾਈਟ, ਕੈਨ, ਕੁਡ ਐਂਡ ਮਸਟ, ਤਾਂ ਤੁਹਾਨੂੰ ਬਹੁਤ ਈਜ਼ੀ ਹੋ ਜਾਏਗਾ। ਨੈਕਸਟ ਨॉन फाइनाइट है जेरेंड। जेरेंड की है, जेरेंड V1 प्लस ING है, वर्ब ਦੀ फर्स्ट फॉर्म प्लस ING। जेरेंड नाउन ਦੇ ਤੌਰ ਤੇ ਕੰਮ ਕਰਦੀ ਹੈ। ਫॉर एग्जांपल स्विम प्लस ING स्विमिंग। ਵੈਸੇ ਤਾਂ ਜਿਹੜਾ स्विम है वो एक एक्शन है, वर्ब है, ठीक है। ਆਪਾਂ स्विम ਦੇ ਪਿੱਛੇ ING ਲਗਾ ਕੇ ਵੀ ਇਸ ਨੂੰ ਐਜ਼ ਅ ਵਰਬ ਯੂਜ਼ ਕਰ ਸਕਦੇ ਹਾਂ। ਫॉर एग्जांपल I am swimming, ਮੈਂ ਸਵਿਮਿੰਗ ਕਰ ਰਹੀ ਹਾਂ, ਇੱਥੇ ਐਕਸ਼ਨ ਹੈ। पर जदों यही स्विमिंग वर्ड एज ए नाउन यूज होवे तां ओह जेरेंड कहलांदा है। फॉर एग्जाम्पल स्विमिंग इज माई फेवरेट हॉबी, ठीक है। एक होर एग्जाम्पल नाल तुसीं समझ सकते हो, आई एम रीडिंग अ बुक। इत्थे जिहड़ा रीडिंग है वह वर्ब के तौर पर काम कर रहा है, ठीक है। मैं एक पुस्तक पढ़ रही हाँ, पर अगर मैं कहा रीडिंग इज माई हॉबी, इत्थे रीडिंग जिहड़ा है वह नाउन के तौर पर काम कर रहा है, ठीक है। तो जिथे जिथे V1 प्लस ING नाउन के तौर पर काम करेगा उत्थे वह जेरेंड कहलाएगा, ठीक है। कुछ एग्जाम्पल्स देख लैने आ ते ये भी देख लैने आ कि जेरेंड जिहड़ा है वह किवें किवें कित्थे कित्थे यूज हुंदा है। जेरेंड जिहड़ा है वह सबजैक्ट के तौर पर यूज हो सकता है। सबजैक्ट मतलब जिस दी बारे गल कीती जा रही है। जिहड़े मैं तुहानूं दो एग्जाम्पल दित्तियां सीगियां कि स्विमिंग इज़ माई फेवरेट हॉबी, रीडिंग इज़ माई फेवरेट हॉबी, इत्थे स्विमिंग ते रीडिंग जिहड़ा है वो सबजैक्ट के तौर पर यूज़ हो रहा है। नाउन है तो सबजैक्ट के तौर पर यूज़ हो रहा है। सबजैक्ट की है जिहदे बारे गल कीती जा रही है, ठीक है। यही जिहड़ा है वो नाउन की फॉर्म दे विच आके ऑब्जेक्ट के तौर पर भी यूज़ हो सकता है। फॉर एग्जाम्पल आई लव स्विमिंग, आई लव रीडिंग। हुण इत्थे जिहड़ा लव है वो मेन वर्ब है, ठीक है। और वर्ब का ऑब्जेक्ट की है स्विमिंग ते रीडिंग। मतलब ऑब्जेक्ट वो हुंदा है जिथे तुहानूं वट ते होम का आंसर मिलता है। जैसे कि आई लव स्विमिंग, मैनू की पसंद है, वट डू आई लाइक स्विमिंग। आई लव रीडिंग, मैनू की पसंद है, ठीक है, आई लव रीडिंग। हुण तक जो भी मैं तुहानूं दस्सिया है उहनूं तुसीं इस तरीके नाल शॉर्ट दे विच समझ सकते हो कि जदों भी V1 ING एज ए नाउन यूज़ हुंदा है तां ओह जेरेंड कहलांदा है। तो एज ए नाउन ही ये सबजैक्ट बन के भी आ सकता है, मतलब सेंटेंस के स्टार्ट च लग्या हुंदा है, या ऑब्जेक्ट बन के भी आ सकता है, मोस्टली सेंटेंस के पिछे लग्या हो सकता है। हुण तीजा जेरेंड होर कित्थे कित्थे यूज़ हुंदा है, प्रैपोजिशंस के बाद। अक्सर तुसीं ये गल नोटिस करोगे जिवें कि शी इज़ गुड एट। हुण इत्थे एट जिहड़ी है वो प्रैपोजिशन है। शी इज़ गुड एट सिंगिंग, शी इज़ गुड एट रीडिंग, शी इज़ गुड एट लर्निंग, ठीक है। फॉर एग्जाम्पल आई एम इंटरस्टेड इन लर्निंग न्यू लैंग्वेजेस। हुण इन तो बाद लर्निंग लग गया है, ठीक है, लर्न प्लस ING। आई एम इंटरस्टेड इन रीडिंग, आई एम इंटरस्टेड इन कुकिंग, ठीक है। तो इन एट इन्हां सारिਆਂ तो बाद की देखिया तुसीं कि V1 ING लग्या होया है। कुछ होर एग्जाम्पल्स भी तुसीं देख सकते हो जिवें कि आई एम फॉन्ड ऑफ लिसनिंग टू म्यूजिक, ही इज़ क्रेजी अबाउट सिंगिंग। अबाउट तो बाद आई एम अफरेड ऑफ स्विमिंग, अफरेड ऑफ प्रैपोजिशन सी तो उस तो बाद स्विम प्लस ING लग गया है। जेरेंड का एक होर थां ते यूज़ हुंदा है जिवें कि ਜਿਹੜੇ ਸੈਂਟੈਂਸਸ ਦੇ ਵਿੱਚ ਮੇਨ ਵਰਬਸ ਨਹੀਂ ਦਿੱਤੀਆਂ ਗਈਆਂ ਹੁੰਦੀਆਂ ਨੇ, ਔਗਜ਼ੀਲਰੀ ਵਰਬਸ, ਹੈਲਪਿੰਗ ਵਰਬਸ ਦਿੱਤੀਆਂ ਗਈਆਂ ਹੁੰਦੀਆਂ ਨੇ, ਜਿਵੇਂ ਕਿ ਇਜ਼, ਵਾਜ਼, ਉਹਦੇ ਪਿੱਛੇ ਵੀ ਇਹ ਤੁਹਾਨੂੰ ਦੇਖਣ ਨੂੰ ਮਿਲੇਗੀ। ਜਿਵੇਂ ਕਿ ਮਾਈ ਫੇਵਰੇਟ ਹੌਬੀ ਇਜ਼ ਪੇਂਟਿੰਗ। ਹੁਣ ਇੱਥੇ ਸਿਰਫ ਹੈਲਪਿੰਗ ਵਰਬ ਦਿੱਤੀ ਹੋਈ ਹੈ ਇਜ਼, ਤੇ ਉਸ ਤੋਂ ਬਾਅਦ ਕੀ ਲੱਗਿਆ ਹੋਇਆ ਹੈ, पेंटिंग, PAINT, पेंट प्लस ING, पेंटिंग, ठीक है। फॉर एग्जाम्पल माई ड्रीम इज़ ट्रैवलिंग द वर्ल्ड, ठीक है। इस तो बाद तुसीं देख रहे हो ट्रैवल प्लस ING लग्या होया है। नॉन फाइनाइट्स की जिहड़ी लास्ट कैटेगरी रह गई है वो है द पार्टिसिपल। पार्टिसिपल दो तरह के होंगे ने, प्रैजेंट पार्टिसिपल ते पास्ट पार्टिसिपल।
ਪ੍ਰੈਜ਼ੈਂਟ ਪਾਰਟਿਸਿਪਲ ਦੇ ਵਿੱਚ ਫਿਰ ਤੋਂ V1 plus ing ਹੁੰਦਾ ਹੈ, ਮਤਲਬ ਵਰਬ ਦੀ ਫਰਸਟ ਫਾਰਮ ਪਲਸ ing, ਔਰ ਪਾਸਟ ਪਾਰਟਿਸਿਪਲ ਵਰਬ ਦੀ ਥਰਡ ਫਾਰਮ ਹੁੰਦੀ ਹੈ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਪ੍ਰੈਜ਼ੈਂਟ ਪਾਰਟਿਸਿਪਲ ਦੀ। ਹੁਣ ਪ੍ਰੈਜ਼ੈਂਟ ਪਾਰਟਿਸਿਪਲ ਦੇ ਵਿੱਚ ਜੈਰੰਡ ਵਾਂਗੂ ਹੀ V1 ing ਯੂਜ਼ ਹੋ ਰਿਹਾ ਹੈ, ਤਾਂ ਤੁਹਾਨੂੰ ਇਹ ਕਨਫਿਊਜ਼ ਹੋਣ ਦੀ ਲੋੜ ਨਹੀਂ ਹੈ ਕਿ ਇਹ ਤਾਂ ਇੱਕੋ ਜਿਹੇ ਨੇ। ਨਹੀਂ, ਇਹਨਾਂ ਦੋਨਾਂ ਦੇ ਕੰਮ ਬਿਲਕੁਲ ਡਿਫਰੈਂਟ ਨੇ। ਜੈਰੰਡ ਜਿਹੜਾ ਹੈ ਐਜ਼ ਏ ਨਾਊਨ ਯੂਜ਼ ਹੋ ਰਿਹਾ ਹੁੰਦਾ ਹੈ ਸਬਜੈਕਟ ਦੇ ਤੌਰ ਤੇ ਜਾਂ ਆਬਜੈਕਟ ਦੇ ਤੌਰ ਤੇ, ਜਿਵੇਂ ਕਿ ਤੁਹਾਨੂੰ ਪਹਿਲਾਂ ਜੋ ਕੁਝ ਵੀ ਸਮਝਾਇਆ ਉਹ। ਪਰ ਪਾਰਟਿਸਿਪਲ ਐਜ਼ ਏ ਪ੍ਰੈਜ਼ੈਂਟ ਪਾਰਟਿਸਿਪਲ V1 ing ਬਿਲਕੁਲ ਡਿਫਰੈਂਟਲੀ ਯੂਜ਼ ਹੁੰਦਾ ਹੈ ਸੈਂਟੈਂਸਸ ਦੇ ਵਿੱਚ। ਪ੍ਰੈਜ਼ੈਂਟ ਪਾਰਟਿਸਿਪਲ ਨੂੰ ਸਮਝਣ ਦੇ ਲਈ ਮੈਂ ਤੁਹਾਨੂੰ ਕੁਝ ਐਗਜ਼ਾਮਪਲਸ ਦਿੰਨੀ ਹਾਂ। ਵੀ ਮੈਟ ਅ ਗਰਲ ਕੈਰਿੰਗ ਅ ਬਾਸਕਟ ਆਫ ਫਲਾਵਰਸ। ਠੀਕ ਹੈ, ਮੈਂ ਇੱਕ ਲੜਕੀ ਨੂੰ ਮਿਲੀ, ਇਹ ਮੇਨ ਸੈਂਟੈਂਸ ਹੈ। ਇਹਦੇ ਵਿੱਚ ਇੱਕ ਮੇਨ ਵਰਬ ਵੀ ਆਈ ਹੋਈ ਹੈ ਮੈਟ, ਇੱਕ ਹੋਰ ਵਰਬ ਹੈ ਅੱਗੇ ਕੈਰਿੰਗ, ਇੱਕ ਨॉन ਫਾਈਨਾਈਟ ਵਰਬ ਹੈ, ਪ੍ਰੈਜ਼ੈਂਟ ਪਾਰਟਿਸਿਪਲ ਹੈ। ਉਹ ਕਿਵੇਂ? ਇੱਥੇ ਨਾउन ਦਾ ਕੰਮ ਨਹੀਂ ਕਰ ਰਹੀ ਹੈ। ਪ੍ਰੈਜ਼ੈਂਟ ਪਾਰਟਿਸਿਪਲ ਜਿਹੜਾ ਹੁੰਦਾ ਹੈ ਉਹਦੇ ਵਿੱਚ ਇੱਕ ਐਕਸ਼ਨ ਚੱਲ ਰਿਹਾ ਹੁੰਦਾ ਹੈ, ਠੀਕ, ਐਕਸ਼ਨ ਇਜ਼ ਗੋਇੰਗ ਔਨ, ਔਰ ਉਹ ਇਨਕੰਪਲੀਟ ਜਾਂ ਇੰਪਰਫੈਕਟ ਐਕਸ਼ਨ ਹੁੰਦਾ ਹੈ। ਜਿਵੇਂ ਕਿ ਇੱਕ ਮੈਂ ਲੜਕੀ ਨੂੰ ਮਿਲੀ ਜਿਹੜੀ ਕਿ ਬਾਸਕਟ ਨੂੰ ਲੈ ਕੇ ਜਾ ਰਹੀ ਸੀ, ਮਤਲਬ ਹਜੇ ਵੀ ਚੱਲੀ ਜਾ ਰਿਹਾ ਹੈ, ਕੰਮ ਪੂਰਾ ਨਹੀਂ ਹੋਇਆ ਹੈ। ਠੀਕ ਹੈ, ਇਨਕੰਪਲੀਟ ਹੈ ਉਹ ਕੰਮ। ਇੱਕ ਹੋਰ ਐਗਜ਼ਾਮਪਲ ਦੇਖ ਲੈਂਦੇ ਹਾਂ। ਵਾਕਿੰਗ ਅਲੋਂਗ ਦ ਰੋਡ ਹੀ ਨੋਟਿਸਡ ਅ ਡੈਡ ਕੋਬਰਾ। ਠੀਕ ਹੈ, ਮੇਨ ਸੈਂਟੈਂਸ ਹੈ ਹੀ ਨੋਟਿਸਡ ਅ ਡੈਡ ਕੋਬਰਾ। ਠੀਕ ਹੈ, ਉਸਨੇ ਉਹ ਕਦੋਂ ਦੇਖਿਆ? ਵਾਕਿੰਗ ਅਲੋਂਗ ਦ ਰੋਡ, ਜਦੋਂ ਉਹ ਰੋਡ ਉੱਤੇ ਚੱਲ ਰਿਹਾ ਸੀ, ਚੱਲੀ ਜਾ ਰਿਹਾ ਸੀ। ਮਤਲਬ ਫਿਰ ਤੋਂ ਇੱਕ ਐਕਸ਼ਨ ਦਿੱਤਾ ਗਿਆ ਹੈ ਜਿਹੜਾ ਕਿ ਇਨਕੰਪਲੀਟ ਹੈ, ਜਿਹੜਾ ਕਿ ਇੰਪਰਫੈਕਟ ਹੈ, ਪੂਰਾ ਨਹੀਂ ਹੈ। ਠੀਕ ਹੈ, ਤਾਂ ਇਹੋ ਜਿਹੇ ਇਨਕੰਪਲੀਟ ਐਕਸ਼ਨ ਨੂੰ ਸ਼ੋ ਕਰਨ ਦੇ ਲਈ ਪ੍ਰੈਜ਼ੈਂਟ ਪਾਰਟਿਸਿਪਲ ਦਾ ਯੂਜ਼ ਕੀਤਾ ਜਾਂਦਾ ਹੈ। ਇਹ ਜੈਰੰਡ ਨਾਲੋਂ ਕੰਪਲੀਟਲੀ ਡਿਫਰੈਂਟ ਹੈ। ਤੁਸੀਂ ਦੇਖਿਆ ਹੈ ਕਿ ਪਹਿਲੇ ਸੈਂਟੈਂਸ ਦੇ ਵਿੱਚ ਆਨਸਰ ਮਿਲਿਆ ਹਾਊ ਦਾ, ਠੀਕ ਹੈ, ਕਿ ਉਹ ਲੜਕੀ ਕਿਵੇਂ ਜਾ ਰਹੀ ਸੀ ਜਿਹਨੂੰ ਮੈਂ ਮਿਲਿਆ, ਔਰ ਦੂਸਰੇ ਸੈਂਟੈਂਸ ਦੇ ਵਿੱਚ ਆਨਸਰ ਮਿਲਿਆ ਵੈਨ ਦਾ, ਕਿ ਉਹਨੇ ਡੈਡ ਕੋਬਰਾ ਕਦੋਂ ਦੇਖਿਆ? ਜਦੋਂ ਉਹ ਸੜਕ ਉੱਤੇ ਤੁਰਿਆ ਜਾ ਰਿਹਾ ਸੀ। ਠੀਕ ਹੈ, ਤੇ ਹਾਊ ਤੇ ਵੈਨ ਦਾ ਆਨਸਰ ਮਿਲਦਾ ਹੈ ਇਹਦੇ ਵਿੱਚ ਪ੍ਰੈਜ਼ੈਂਟ ਪਾਰਟਿਸਿਪਲ ਦੇ ਵਿੱਚ। ਜਦਕਿ ਜਿਹੜਾ ਜੈਰੰਡ ਹੁੰਦਾ ਹੈ ਉਸਦੇ ਵਿੱਚ ਅਜਿਹਾ ਨਹੀਂ ਹੁੰਦਾ, ਉਹਦੇ ਵਿੱਚ ਮੋਸਟਲੀ ਵਾਟ ਦਾ ਆਨਸਰ ਮਿਲਦਾ ਹੈ। ਠੀਕ ਹੈ, फॉर एग्जाम्पल आई लव रीडिंग बुक्स, तो वट डू आई लव? रीडिंग। ठीक है, तो उत्थे वट ਦਾ ਆਨਸਰ ਮਿਲਿਆ ਸੀਗਾ। ਇਨ ਸ਼ਾਰਟ ਮੈਂ ਤੁਹਾਨੂੰ ਇੰਨਾ ਕੁਝ ਇਸ ਲਈ ਕਹਿਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਤੁਸੀਂ V1 ing ਤੇ V1 ing ਦੇਖ ਕੇ ਕਨਫਿਊਜ਼ ਨਾ ਹੋ ਜਾਓ। ਦੋਨੋਂ ਥਾਂ ਤੇ ਡਿਫਰੈਂਟ ਯੂਜ਼ਸ ਨੇ, ਇਸੇ ਕਰਕੇ ਇੱਕ ਦਾ ਨਾਮ ਜੈਰੰਡ ਹੈ ਤੇ ਦੂਜੀ ਥਾਂ ਤੇ ਇਸ ਦਾ ਨਾਮ ਪ੍ਰੈਜ਼ੈਂਟ ਪਾਰਟਿਸਿਪਲ ਹੈ। ਇੱਕ ਦੋ ਹੋਰ ਐਗਜ਼ਾਮਪਲਸ ਦੇਖ ਲੈਣੇ ਹਾਂ ਇਸੇ ਤਰੀਕੇ ਦੀਆਂ। ਥਿੰਕਿੰਗ ਅਬਾਊਟ ਮਾਈ ਫਿਊਚਰ ਆਈ ਸਟਾਰਟਡ ਕ੍ਰਾਈਂਗ। ਠੀਕ ਹੈ, ਇੱਥੇ ਥਿੰਕਿੰਗ ਜਿਹੜਾ ਹੈ ਪ੍ਰੈਜ਼ੈਂਟ ਪਾਰਟਿਸਿਪਲ ਹੈ। ਹੀਅਰਿੰਗ ਅ ਨੋਇਸ ਆਈ ਟਰਨਡ ਅਰਾਊਂਡ, ਇੱਥੇ ਜਿਹੜਾ ਹੀਅਰਿੰਗ ਹੈ ਉਹ ਪ੍ਰੈਜ਼ੈਂਟ ਪਾਰਟਿਸਿਪਲ ਦਾ ਕੰਮ ਕਰ ਰਿਹਾ ਹੈ। ਦੂਜਾ ਕਿਸ ਤਰੀਕੇ ਨਾਲ ਪ੍ਰੈਜ਼ੈਂਟ ਪਾਰਟਿਸਿਪਲ ਦਾ ਯੂਜ਼ ਕੀਤਾ ਜਾਂਦਾ ਹੈ? ਐਜ਼ ਐਨ ਐਡਜੈਕਟਿਵ ਇਸ ਦਾ ਯੂਜ਼ ਕੀਤਾ ਜਾਂਦਾ ਹੈ। ਜਿਵੇਂ ਕਿ ਆਈ ਸੌ ਅ ਫਾਲਿੰਗ ਲੀਫ ਫਰੋਮ ਦ ਟਰੀ। ਫਾਲਿੰਗ ਲੀਫ, ਲੀਫ ਨਾउन ਹੈ ਤੇ ਨਾउन ਦੀ ਖਾਸੀਅਤ ਕੌਣ ਬਤਾ ਰਿਹਾ ਹੈ, ਕਿਹੜਾ ਵਰਡ ਬਤਾ ਰਿਹਾ ਹੈ? ਫਾਲਿੰਗ। ਠੀਕ ਹੈ, ਫਾਲ ਪਲਸ ing, ਤੇ ਇੱਥੇ ਫਾਲਿੰਗ ਜਿਹੜਾ ਹੈ ਐਡਜੈਕਟਿਵ ਦਾ ਕੰਮ ਕਰ ਰਿਹਾ ਹੈ। ਠੀਕ ਹੈ, ਜਾਂ ਫਿਰ ਦ ਲਾਫਿੰਗ ਚਿਲਡਰਨ ਪਲੇਡ ਇਨ ਦ ਪਾਰਕ। ਠੀਕ ਹੈ, ਚਿਲਡਰਨ ਬੱਚੇ ਨਾउन ਹੈ, ਨਾउन ਦੀ ਖਾਸੀਅਤ ਕਿਹੜਾ ਵਰਡ ਬਤਾ ਰਿਹਾ ਹੈ? ਲਾਫਿੰਗ। ਤਾਂ ਲਾਫਿੰਗ ਇੱਥੇ ਕੀ ਹੈ? ਐਡਜੈਕਟਿਵ ਹੈ, ਤਾਂ ਲਾਫ ਪਲਸ ing, ਮਤਲਬ ਕਿ ਪ੍ਰੈਜ਼ੈਂਟ ਪਾਰਟਿਸਿਪਲ ਜਿਹੜਾ ਹੈ ਇੱਥੇ ਐਡਜੈਕਟਿਵ ਦੇ ਤੌਰ ਤੇ ਕੰਮ ਕਰ ਰਿਹਾ ਹੈ। ਨੈਕਸਟ ਅਸੀਂ ਗੱਲ ਕਰਾਂਗੇ ਪਾਸਟ ਪਾਰਟਿਸਿਪਲ ਦੀ। ਪਾਸਟ ਪਾਰਟਿਸਿਪਲ ਮਤਲਬ ਵਰਬ ਦੀ ਥਰਡ ਫਾਰਮ, ਜਿਵੇਂ ਕਿ ਗੋ, ਵੈਂਟ, ਗੋਨ। ਤਾਂ ਗੋਨ ਕੀ ਹੈ? ਵਰਬ ਦੀ ਥਰਡ ਫਾਰਮ ਹੈ ਤੇ ਇਹ ਪਾਸਟ ਪਾਰਟਿਸਿਪਲ ਦੇ ਤੌਰ ਤੇ ਕੰਮ ਕਰ ਸਕਦੀ ਹੈ। ਪਾਸਟ ਪਾਰਟਿਸਿਪਲ ਇੱਕ ਤਾਂ ਕੰਮ ਕਰਦੇ ਹਨ ਐਡਜੈਕਟਿਵ ਦੇ ਤੌਰ ਤੇ। ਉਹ ਕਿਵੇਂ? ਦ ਐਕਸਾਈਟਡ ਕਰਾਊਡ ਚੀਅਰਡ। ਹੁਣ ਐਕਸਾਈਟ ਦੀ ਥਰਡ ਫਾਰਮ ਕੀ ਹੁੰਦੀ ਹੈ? ਐਕਸਾਈਟਡ, ਪਰ ਇੱਥੇ ਐਕਸਾਈਟਡ ਐਜ਼ ਐਡਜੈਕਟਿਵ, ਐਜ਼ ਐਨ ਐਡਜੈਕਟਿਵ ਯੂਜ਼ ਹੋਇਆ ਹੈ, ਜਿਹੜੇ ਕਿ ਕਰਾਊਡ ਦੀ ਖਾਸੀਅਤ ਬਤਾ ਰਿਹਾ ਹੈ। ਠੀਕ ਹੈ, ਤਾਂ ਚੀਅਰਡ ਜਿਹੜੀ ਹੈਗੀ ਹੈ ਉਹ ਵਰਬ ਆਲਰੇਡੀ ਲੱਗੀ ਹੈ, ਫਾਈਨਾਈਟ ਵਰਬ ਲੱਗੀ ਹੈ, ਤੇ ਨॉन ਫਾਈਨਾਈਟ ਵਰਬ ਕੀ ਹੈ ਇੱਥੇ? ਐਕਸਾਈਟਡ, ਪਰ ਇਹ ਕੰਮ ਕਿਸ ਤਰੀਕੇ ਦੇ ਨਾਲ ਕਰ ਰਹੀ ਹੈ? ਐਡਜੈਕਟਿਵ ਦੇ ਤੌਰ ਤੇ। ਜਾਂ ਫਿਰ ਦ ਲੌਸਟ ਚਾਈਲਡ ਕਰਾਈਡ। ਠੀਕ ਹੈ, ਗੁੰਮ ਹੋ ਚੁੱਕਾ ਬੱਚਾ ਜਿਹੜਾ ਸੀ ਉਹ ਰੋਇਆ। ਕਰਾਈਡ ਜਿਹੜੀ ਹੈ ਉਹ ਮੇਨ ਵਰਬ ਲੱਗੀ ਹੈ, ਫਾਈਨਾਈਟ ਵਰਬ ਹੈ ਇਹ, ਤੇ ਨॉन ਫਾਈਨਾਈਟ ਵਰਬ। ਪਾਸਟ ਪਾਰਟਿਸਿਪਲ ਕੀ ਹੈ ਇੱਥੇ? ਲੌਸਟ, ਲੂਜ਼, ਲੌਸਟ ਹੁੰਦਾ ਹੈ ਨਾ, ਤਾਂ ਲੌਸਟ ਇੱਥੇ ਚਾਈਲਡ ਦੀ ਖਾਸੀਅਤ ਬਤਾ ਰਿਹਾ ਹੈ, ਤਾਂ ਮਤਲਬ ਇਹ ਐਡਜੈਕਟਿਵ ਹੈ। ਠੀਕ ਹੈ, ਤੇ ਪਹਿਲੇ ਸੈਂਟੈਂਸ ਦੇ ਵਿੱਚ ਐਕਸਾਈਟਡ ਤੇ ਦੂਜੇ ਸੈਂਟੈਂਸ ਦੇ ਵਿੱਚ ਲੌਸਟ ਪਾਸਟ ਪਾਰਟਿਸਿਪਲ ਹਨ। ਇਹ ਬਿਲਕੁਲ ਇਸੇ ਤਰੀਕੇ ਨਾਲ ਸੀ ਜਿਵੇਂ ਕਿ ਪ੍ਰੈਜ਼ੈਂਟ ਪਾਰਟਿਸਿਪਲ ਐਡਜੈਕਟਿਵ ਦਾ ਕੰਮ ਕਰਦਾ ਹੈ, ਇਸੇ ਤਰੀਕੇ ਨਾਲ ਪਾਸਟ ਪਾਰਟਿਸਿਪਲ ਵੀ ਐਡਜੈਕਟਿਵ ਦਾ ਕੰਮ ਕਰ ਸਕਦਾ ਹੈ।
ਤੇ ਜਿਵੇਂ ਪ੍ਰੈਜ਼ੈਂਟ ਪਾਰਟਿਸਿਪਲ ਜਿਹੜਾ ਹੈ ਇੱਕ ਇਨਕੰਪਲੀਟ ਐਕਸ਼ਨ ਨੂੰ ਦਿਖਾਉਂਦਾ ਹੈ ਕਿ ਅੱਗੇ ਕੀ ਹੋਇਆ, ਮੇਨ ਇੱਕ ਸੈਂਟੈਂਸ ਦਿੱਤਾ ਹੁੰਦਾ ਹੈ। ਉਸੇ ਤਰੀਕੇ ਨਾਲ ਪਾਸਟ ਪਾਰਟਿਸਿਪਲ ਵੀ ਕੰਮ ਕਰਦਾ ਹੈ। ਫॉर एग्जांपल blinded by a dust storm they fell into a hole। ਠੀਕ ਹੈ, ਹਨੇਰੀ ਪੈ ਗਈ ਸੀ ਤਾਂ ਉਹਨਾਂ ਦੀ ਅੱਖਾਂ ਦੇ ਵਿੱਚ ਬਿਲਕੁਲ ਦਿਖਾਈ ਨਹੀਂ ਸੀ ਦੇ ਰਿਹਾ, ਬਲਾਈਂਡ ਜਿਵੇਂ ਹੋ ਗਏ ਹੁਣ ਉਹ, ਤੇ ਉਹ ਗੱਡੇ ਦੇ ਵਿੱਚ ਡਿੱਗ ਗਏ। ਦੇ ਫੈਲ ਇਨਟੂ ਅ ਹੋਲ, ਇਹ ਇੱਕ ਮੇਨ ਸੈਂਟੈਂਸ ਹੈ। ਠੀਕ ਹੈ, ਉਹਦੇ ਵਿੱਚ ਇੱਕ ਫਰੇਜ਼ ਜੋੜ ਦਿੱਤਾ ਗਿਆ ਹੈ ਬਲਾਈਂਡਡ ਵਰਡ ਨਾਲ ਸਟਾਰਟ ਕਰਦਿਆਂ ਹੋਇਆਂ। ਬਲਾਈਂਡਡ ਕੀ ਹੈ, ਥਰਡ ਫਾਰਮ ਹੈ ਬਲਾਈਂਡ ਦੀ, ਤਾਂ ਬਲਾਈਂਡਡ ਵਰਡ ਦੇ ਨਾਲ ਸਟਾਰਟ ਕੀਤਾ ਗਿਆ ਹੈ, ਜਿਹੜੀ ਕਿ ਵਰਬ ਦੀ ਥਰਡ ਫਾਰਮ ਹੈ, ਮਤਲਬ ਪਾਸਟ ਪਾਰਟਿਸਿਪਲ ਹੈ। ਯਾਨੀ ਕਿ ਪਾਸਟ ਪਾਰਟਿਸਿਪਲ ਨੂੰ ਯੂਜ਼ ਕਰਦਿਆਂ ਹੋਇਆਂ ਇੱਕ ਫਰੇਜ਼ ਬਣਾਇਆ ਗਿਆ। ਤਾਂ ਇਹ ਸਿਰਫ ਜਿਹੜਾ ਮੇਨ ਸੈਂਟੈਂਸ ਹੈ ਦੇ ਫੈਲ ਇਨਟੂ ਹੋਲ, ਉਹਨੂੰ ਸਪੋਰਟ ਕਰ ਰਿਹਾ ਹੈ। ਇਹ ਬਿਲਕੁਲ ਉਸੇ ਤਰੀਕੇ ਨਾਲ ਹੈ ਜਿਸ ਤਰੀਕੇ ਨਾਲ ਪ੍ਰੈਜ਼ੈਂਟ ਪਾਰਟਿਸਿਪਲ ਦੇ ਵਿੱਚ ਅਸੀਂ ਦੇਖਿਆ ਸੀ। ਅਗਲੀ ਐਗਜ਼ਾਮਪਲ ਦੇਖ ਲੈਂਦੇ ਹਾਂ। cheated by his friends he lost all hope। he lost all hope ਇਹ ਪੂਰਾ ਇੱਕ ਸੈਂਟੈਂਸ ਹੈ। cheated by his friends ਜਿਹੜਾ ਹੈ ਉਹ ਇੱਕ ਫਰੇਜ਼ ਹੈ। ਠੀਕ ਹੈ, ਜਿਹੜਾ ਕਿ ਸਪੋਰਟ ਕਰ ਰਿਹਾ ਹੈ ਮੇਨ ਸੈਂਟੈਂਸ ਨੂੰ। ਇਹ ਆਪਣੇ ਆਪ 'ਚ ਇਨਕੰਪਲੀਟ ਹੈ ਤੇ cheated ਜਿਹੜੀ ਹੈ ਵਰਬ ਦੀ ਥਰਡ ਫਾਰਮ ਸੀ, ਤਾਂ ਉਹਦੇ ਤੋਂ ਸਟਾਰਟ ਹੋਇਆ ਹੈ, ਇਸ ਕਰਕੇ ਇੱਕ ਪਾਸਟ ਪਾਰਟਿਸਿਪਲ ਨਾਲ ਬਣਾਇਆ ਗਿਆ ਫਰੇਜ਼ ਹੈ। ਇਹ ਸੀ ਤੁਹਾਡਾ ਅੱਜ ਦਾ ਟੌਪਿਕ ਨੌਨ ਫਾਈਨਾਈਟਸ ਦਾ। ਇਹ ਟੌਪਿਕ ਤੁਹਾਨੂੰ ਕਿੱਥੋਂ ਤੱਕ ਸਮਝ ਆਇਆ ਹੈ, ਇਹ ਪਤਾ ਲਗਾਉਣ ਦੇ ਲਈ ਮੈਂ 15 ਸੈਂਟੈਂਸਸ ਦੀ ਇੱਕ ਐਕਸਰਸਾਈਜ਼ ਦਿੱਤੀ ਹੈ ਥੱਲੇ। ਤੁਸੀਂ ਇਸ ਨੂੰ ਸੋਲਵ ਕਰਕੇ ਦੇਖ ਸਕਦੇ ਹੋ। ਇਹਨੂੰ ਇੱਥੇ ਹੀ ਵੀਡੀਓ ਨੂੰ ਸਟਾਪ ਕਰਕੇ ਉਸ ਤੋਂ ਬਾਅਦ ਤੁਹਾਨੂੰ ਨਾਲ ਹੀ 10 ਸੈਕਿੰਡ ਦੇ ਬਾਅਦ ਇਸ ਦੇ ਆਨਸਰਸ ਵੀ ਦੇਖਣ ਨੂੰ ਮਿਲ ਜਾਣਗੇ। ਕਮੈਂਟ ਸੈਕਸ਼ਨ ਦੇ ਵਿੱਚ ਮੈਨੂੰ ਜ਼ਰੂਰ ਦੱਸਣਾ ਕਿ ਤੁਹਾਡੇ ਕਿੰਨੇ ਆਨਸਰਸ ਠੀਕ ਗਏ ਹਨ। ਆਈ ਹੋਪ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ। ਜੇ ਪਸੰਦ ਆਈ ਹੋਵੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਆਪਣੇ ਫਰੈਂਡਸ ਨਾਲ। ਥੈਂਕ ਯੂ ਸੋ ਮਚ ਫॉर ਵਾਚਿੰਗ।